अस्सलाम वालेकुम गाइस ਤੇ ਮੈਂ ਤੁਹਾਡਾ ਬਾਈ ਵਕਾਰ ਤੇ ਮੇਰੇ ਨਾਲ ਨੇ ਆ ਇਤਸ਼ਾਮ ਸਾਹਿਲ ਤੇ ਅਸੀਂ ਅੱਜ ਇੱਕ ਲੰਮੀ ਸ਼ਾਪਿੰਗ ਤੇ ਮੁਸਾਫਤ ਤੋਂ ਬਾਅਦ ਪਹੁੰਚੇ ਅਲ ਖੈਰ ਦਸਤਰਖਾਨ ਤੇ ਬਗੈਰ ਕਿਸੇ ਟਾਈਮ ਜ਼ਾਇਆ ਕਰਨ ਤੋਂ ਅਸੀਂ ਆਦੀ ਸਬਜ਼ੀ ਕੱਟਣਾ ਸ਼ੁਰੂ ਕਰ ਦਿੱਤੀ। ਸਬਜ਼ੀ ਦੇ ਵਿੱਚ ਅੱਜ ਤੁਸੀਂ ਵੇਖ ਰਹੇ ਹੋ ਕਿ ਆਲੂ ਦੀ ਛਿਲਾਈ ਕਰ ਰਹੇ ਹਾਂ ਤੇ ਨਾਲ ਹੀ ਗੱਪਸ਼ਪ ਕਰ ਰਹੇ ਹਾਂ। ਆਲੂ ਛਿੱਲਣ ਤੋਂ ਬਾਅਦ ਸਾਰੀ ਸਬਜ਼ੀ ਨੂੰ ਮਸਾਲੇ ਨੂੰ ਇੱਕ ਵੱਡੇ ਤੇ ਖੁੱਲੇ ਬਰਤਨ ਦੇ ਵਿੱਚ ਲੈ ਕੇ ਇਤਸ਼ਾਮ ਸਾਹਿਬ ਕਹਿੰਦੇ ਨੇ ਆਓ ਆਪਾਂ ਚਲੀਏ ਖੁੱਲੇ ਪਾਣੀ ਵਿੱਚ ਜਿੱਥੇ ਜਾ ਕੇ ਮਜ਼ੇ ਦੇ ਇਹਨਾਂ ਨੂੰ ਸ਼ਾਟ ਦੇਵਾਂਗੇ। ਉੱਥੇ ਸਾਡੇ ਕੋਲ ਸੀ ਪਹਿਲੇ ਚਿਕਨ ਨੂੰ ਹਵਾ ਦੇ ਵਿੱਚ ਉਛਾਲਿਆ ਤੁਹਾਡੀ ਮੁਹੱਬਤ ਵਾਸਤੇ ਤੇ ਉਸ ਤੋਂ ਬਾਅਦ ਟਮਾਟਰ ਤੋਂ ਬਾਅਦ ਆਲੂ ਖੁੱਲੇ ਪਾਣੀ ਦੇ ਵਿੱਚ ਅੱਛੇ ਸ਼ਾਟ ਗਿਣਨ ਤੋਂ ਬਾਅਦ ਅੱਛੀ ਤਰ੍ਹਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਦੇ ਵਿੱਚ ਮਿਕਸ ਕੀਤਾ। ਅੱਛਾ ਗੋਸ਼ਤ ਨੂੰ ਸਾਫ਼ ਕੀਤਾ ਤੇ ਸਾਰੀਆਂ ਚੀਜ਼ਾਂ ਨੂੰ ਹਿਲਾ ਕੇ ਤੇ ਖਰਾਬ ਪਾਣੀ ਨੂੰ ਥੱਲੇ ਸੁੱਟਿਆ। ਉਸ ਤੋਂ ਬਾਅਦ ਜੀ ਗੋਸ਼ਤ ਤੇ ਸਬਜ਼ੀ ਆਪਣੀ ਅਲੱਗ ਕੀਤੀ ਤੇ ਲੈ ਕੇ ਚੱਲ ਪਏ ਆ ਦਸਤਰਖਾਨ ਦੀ ਜਾਨਬ। ਅੱਗੇ ਇਤਸ਼ਾਮ ਤੇ ਪਿੱਛੇ ਭਾਈ ਵਕਾਰ ਤੇ ਜਾਂਦੇ ਤੁਹਾਨੂੰ ਵਿਖਾ ਰਹੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸੀ। ਇੱਕ ਸਾਈਡ ਤੇ ਮੱਕੀ ਤੇ ਦੂਸਰੀ ਸਾਈਡ ਤੇ ਬੂਟੀ। ਦਸਤਰਖਾਨ ਦੇ ਪੁਆਇੰਟ ਤੇ ਪਹੁੰਚਦੇ ਇਤਸ਼ਾਮ ਨੂੰ ਪਕੜਾਇਆ ਗੋਸ਼ਤ ਹੈ ਤੇ ਉਹਨੇ ਕਿਹਾ ਇੱਥੇ ਰੱਖ ਦੇ ਜਨਾਬ। ਵੇਖਦੇ ਪਿਓ ਛਿਲਕੇ ਜਿਹੜੇ ਆਲੂ ਛਿੱਲੇ ਸਨ ਉਹ ਸੱਟੇ ਨੇ ਇੱਕ ਸਾਈਡ ਤੇ। ਉਸ ਤੋਂ ਬਾਅਦ ਆਲੂ ਦੀ ਕਟਿੰਗ ਦਾ ਅਮਲ ਕਰ ਦਿੱਤਾ ਸ਼ੁਰੂ। ਪਿਛਲੇ ਦਿਨ ਯਾਰ ਛੁਰੀ ਵੱਜ ਗਈ ਸੀ ਹੱਥ ਤੇ, ਇਸ ਵਜ੍ਹਾ ਤੋਂ ਅੰਗੂਠੇ ਦੇ ਉੱਤੇ ਤੁਹਾਡੇ ਬਾਈ ਨੇ ਲਾਇਆ ਹੋਇਆ ਸੀ ਛਾਪਰ। ਸ਼ਾਮ ਸਾਹਿਲ ਨੇ ਜਨਾਬ ਮਿਰਚਾਂ ਕੱਟਣੀਆਂ ਸ਼ੁਰੂ ਕੀਤੀਆਂ, ਲਸਣ ਨੂੰ ਅੱਛੀ ਤਰ੍ਹਾਂ ਸਾਫ਼ ਕੀਤਾ, ਦੂਰ ਜਾ ਕੇ ਉਹਦਾ ਗੰਦ ਸੁੱਟਿਆ ਤੇ ਉਸ ਤੋਂ ਬਾਅਦ ਅਲ ਖੈਰ ਦਸਤਰਖਾਨ ਤੇ ਚੈੱਕ ਕਰ ਰਹੇ ਹੋ ਸਾਰੇ ਕੰਮ ਲੱਗੇ ਨੇ। ਤੁਹਾਡੇ ਬਾਈ ਨੇ ਸਾਰੇ ਕੰਮ ਕਰਨ ਤੋਂ ਬਾਅਦ ਝਾੜੂ ਹੱਥ 'ਚ ਪਕੜਿਆ ਤੇ ਚੰਗੀ ਤਰ੍ਹਾਂ ਸਾਰੇ ਦਸਤਰਖਾਨ ਦੀ ਸਫਾਈ ਕੀਤੀ। ਇਤਸ਼ਾਮ ਨੇ ਕਿਹਾ ਕਿ ਤੂੰ ਫਿਰ ਇਹ ਕਰ ਲੈ ਤੇ ਮੈਂ ਫਿਰ ਬਰਤਨ ਨੂੰ ਮਿੱਟੀ ਲਾ ਲੈਣਾ। ਉਸ ਤੋਂ ਬਾਅਦ ਮੈਂ ਗਿਆ ਤੇ ਸੁੱਕੀਆਂ ਲੱਕੜੀਆਂ ਲੱਭ ਤੇ ਖਿੱਚੀਆਂ ਤੇ ਉਹਨਾਂ ਨੂੰ ਲੈ ਕੇ ਆ ਗਿਆ ਜਨਾਬ ਚੁੱਲ੍ਹੇ ਦੀ ਜਾਨਬ। ਚੁੱਲ੍ਹੇ ਤੇ ਪਹਿਲੇ ਕੋਈ ਕੱਲ੍ਹ ਵਾਲੀਆਂ ਵੀ ਪਈਆਂ ਸਨ ਲੱਕੜੀਆਂ ਤੇ ਕੁਝ ਅੱਜ ਸੱਟ ਤੇ ਉਹਨਾਂ ਨੂੰ ਮੈਂ ਛੋਟਾ ਕੱਟਣਾ ਸ਼ੁਰੂ ਕੀਤਾ। ਤੁਹਾਨੂੰ ਪਤਾ ਹੈ ਗੁਲਾੜੀ ਤੇ ਹੈ ਨਹੀਂ ਸੀ, ਦੇਸੀ ਤਰੀਕੇ ਨਾਲ ਉਹਨਾਂ ਨੂੰ ਹੱਥ ਨਾਲ ਹੀ ਤੋੜਨਾ ਸ਼ੁਰੂ ਕੀਤਾ। ਇਹਦੇ ਨਾਲ ਹੀ ਲੈਟਰ ਨੱਪਿਆ ਤੇ ਲੱਗ ਗਈ ਹੈ ਅੱਗ। ਸੱਜਣੋਂ ਰੱਖਣੇ ਉੱਤੇ ਪਤੀਲਾ ਤੇ ਕੰਮ ਕਰਨੇ ਆ ਸਟਾਰਟ। ਪਤੀਲਾ ਰੱਖਣ ਤੋਂ ਬਾਅਦ ਸਭ ਤੋਂ ਪਹਿਲੇ ਘੀ ਪਾਇਆ। ਘੀ ਸਾਡੇ ਸ਼ੈਫ ਸਾਹਿਬ ਅੱਜ ਸ਼ਹਜ਼ਾਦ ਭਾਈ ਸਨ। ਘੀ ਜਦੋਂ ਮੁੱਕਿਆ ਤਾਂ ਮੇਰੇ ਕੋਲ ਲੈ ਕੇ ਆ ਗਿਆ ਜੀ ਅੱਜ ਤੱਕ ਘੀ ਮੁੱਕ ਗਿਆ। ਉਸ ਤੋਂ ਬਾਅਦ ਪਾ ਲਿੱਤੇ ਨੇ ਪਿਆਜ਼, ਅੱਛੀ ਤਰ੍ਹਾਂ ਨੂੰ ਹਿਲਾਇਆ। ਇੱਕ ਛੋਟਾ ਜਿਹਾ ਬੱਚਾ ਖੜਾ ਸੀ ਕਹਿੰਦਾ ਲਾਲਾ ਮੈਂ ਵੀ ਚਮਚਾ ਲਾਣਾ ਚਾਹਨਾ। ਉਸ ਤੋਂ ਬਾਅਦ ਜਿਹੜੇ ਮਸਾਲੇ ਕੁੱਟੇ ਸਨ ਉਹਨਾਂ ਸਾਰਿਆਂ ਨੂੰ ਪੇਸਟ ਕਰਕੇ ਉਹਨਾਂ ਨੂੰ ਪਤੀਲੇ ਦੇ ਵਿੱਚ ਸੁੱਟਿਆ। ਜਿਹੜਾ ਰਹਿ ਗਿਆ ਸੀ ਵਿੱਚ ਪਾਣੀ ਪਾ ਕੇ ਉਹਨੂੰ ਸੁੱਟਿਆ। ਸਭ ਤੋਂ ਪਹਿਲੇ ਮਿਰਚਾਂ, ਉਸ ਤੋਂ ਬਾਅਦ ਨਮਕ ਤੋਂ ਬਾਅਦ ਮਸਾਲਾ। ਜਿਵੇਂ ਜਿੰਦਾ ਟਾਈਮ ਆਉਂਦਾ ਗਿਆ ਸਾਡੇ ਬਾਈ ਸ਼ਹਜ਼ਾਦ ਅੱਜ ਪਕਵਾਈ ਤੇ ਸਨ। ਉਹਨੇ ਨੇ ਕਿਹਾ ਪਕੜਾਈ ਜਾਓ ਤੇ ਮੈਂ ਸੱਟੀ ਜਾਵਾਂਗਾ। ਇਤਸ਼ਾਮ ਨੇ ਕਿਹਾ ਬਈ ਨਹੀਂ ਜੀ ਮੈਂ ਹੋਈ ਇੱਕ ਚੀਜ਼ ਤਾਂ ਆਪਣੇ ਹੱਥ ਨਾਲ ਪਾਣੀ। ਉਹਨੇ ਆਖਿਆ ਲੈ ਵੀ ਤੂੰ ਸੁੱਟ ਲੈ। ਉਸ ਤੋਂ ਬਾਅਦ ਵਾਰੀ ਆ ਗਈ ਚਿਕਨ ਦੀ। ਦੋਸਤੋ ਜਦੋਂ ਚਿਕਨ ਪਤੀਲੇ ਦੇ ਵਿੱਚ ਜਾਂਦਾ ਹੈ ਤੇ ਉਹ ਕੋਈ ਪਤੀਲੇ ਦੀ ਰੰਗਤ ਹੀ ਹੋਰ ਹੋ ਜਾਂਦੀ। ਪਤੀਲੇ ਦੇ ਵਿੱਚ ਇੰਨਾ ਮਜ਼ੇਦਾਰ ਸੀਨ ਹੋ ਜਾਂਦਾ ਮੈਂ ਕਿਹਾ ਨੇੜੇ ਹੋ ਕੇ ਸੀਨ ਤੁਹਾਨੂੰ ਵਿਖਾਈਏ। ਉਸ ਤੋਂ ਬਾਅਦ ਵਾਰੀ ਆ ਗਈ ਜੀ ਆਲੂਆਂ ਦੀ। ਆਲੂ ਜਿਸ ਤਰੀਕੇ ਪਿਆਰ ਮੁਹੱਬਤ ਨਾਲ ਸੋਹਣੇ ਕੱਟੇ ਹੋਏ ਸਨ। ਤੁਹਾਨੂੰ ਪਤਾ ਇੱਕ ਵੱਡਾ ਬਰਤਨ ਨਹੀਂ ਸੀ ਤੇ ਇੱਕ ਜੱਗ ਭਰਿਆ ਸੀ ਨਾਲ ਇੱਕ ਛਾਬੀ। ਉਹਨਾਂ ਨੂੰ ਸੱਟਿਆ ਵਿੱਚ ਤੇ ਲੰਮੇ ਅੱਗ ਬਾਲਣ ਤੋਂ ਬਾਅਦ ਸਾਡਾ ਖਾਣਾ ਹੋ ਗਿਆ ਤਿਆਰ। ਸ਼ੈਫ ਸਾਹਿਬ ਨੇ ਕਿਹਾ ਚਲੋ ਜੀ ਮੈਂ ਚੁੱਕ ਤੇ ਲੈ ਜਾਣਾ ਦਸਤਰਖਾਨ ਤੇ, ਤੁਸੀਂ ਚੱਲ ਤੇ ਦਸਤਰਖਾਨ ਨੂੰ ਵਿਚਾਰੋ। ਉਹਨੂੰ ਵਿਚਾਰਨ ਤੋਂ ਬਾਅਦ ਉੱਤੇ ਗਲਾਸ ਜੱਗ ਜੋੜੋ ਤੇ ਮਹਿਮਾਨਾਂ ਨੂੰ ਦੇਵੋ ਦਾਵਤ। ਜਦੋਂ ਮਹਿਮਾਨ ਸਾਡੇ ਆ ਗਏ ਨੇ ਤੇ ਖਾਣਾ ਮੈਂ ਪਾਣਾ ਸਟਾਰਟ ਕੀਤਾ ਪਲੇਟਾਂ ਦੇ ਵਿੱਚ। ਉਸ ਤੋਂ ਬਾਅਦ ਦੁਆ ਕੀਤੀ ਹੈ ਜੀ। ਦੁਆ ਤੋਂ ਬਾਅਦ ਖਾਣਾ ਹੋ ਗਿਆ ਜੀ ਸਟਾਰਟ। ਇਹ ਛੋਟਾ ਜਿਹਾ ਵਲੌਗ ਸੀ ਜਿਨ੍ਹਾਂ ਦੋਸਤਾਂ ਨੇ ਵੇਖਿਆ। ਸਾਰੇ ਦੋਸਤ ਅਗਰ ਤੁਸੀਂ ਪਹਿਲੀ ਵਾਰੀ ਵੇਖਿਆ ਉਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਸਾਰੇ ਯਾਰ ਮੇਰੇ ਦੋਸਤ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਤੁਹਾਡਾ ਆਪਣਾ ਚੈਨਲ ਹੈ, ਇੱਕ ਬੁੰਗਾ ਯਾਦ ਦੀ ਪਹਿਚਾਨ ਹੈ। ਅਲ ਖੈਰ ਦਸਤਰਖਾਨ ਯਾਰ ਇੱਥੇ ਵੱਡੇ ਸ਼ਹਿਰਾਂ ਵਿੱਚ ਦਸਤਰਖਾਨ ਨਹੀਂ ਹੁੰਦੇ। ਇਸ ਦੇ ਨਾਲ ਇਜਾਜ਼ਤ ਦਿਓ। ਅੱਲਾ ਹਾਫਿਜ਼।